सत श्री अकाल। तुसीं देख रहे हो पंजाब मेल यूएसए टीवी। मैं वरुण कौर मान। खबरां दे बुलेटिन विच तुहाडा स्वागत। खबरां दे बुलेटिन दे स्पॉन्सर हन रीयल एस्टेट ब्रोकर मोहन चीमा। रीयल एस्टेट दी दुनिया च मन्निया परमन्ने नाम। पेश ने पहलां चोणवीआं खबरां। मंकी पॉक्स नूं लैके बाइडन दा बयान, कहा चिंतित होण दी है लोड़। सऊदी अरब विच कोरोना दा कहर, भारत समेत 16 देशां दी यात्रा ते पाबंदी। कोरोना महामारी यकीनी तौर ते अजे खत्म नहीं होई, WHO मुखी। ਆਸਟ੍ਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ ਬਾਈਡਨ ਤੇ PM ਮੋਦੀ ਨਾਲ ਕਰਨਗੇ ਮੁਲਾਕਾਤ। ਅਮਰੀਕੀ ਸੰਸਦੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਨੂੰ ਫਾਇਦਾ ਮਿਲਣ ਦੀ ਉਮੀਦ, ਸਰਵੇ। ਅਮਰੀਕਾ ਵਿੱਚ ਪਾਕਿਸਤਾਨ ਮੂਲ ਦੇ ਵਿਅਕਤੀ ਨੇ ਪਤਨੀ, ਬੇਟੀ ਤੇ ਸੱਸ ਦਾ ਗੋਲੀ ਮਾਰ ਕੇ ਕੀਤਾ ਕਤਲ। ਅਮਰੀਕਾ ਭਿਆਨਕ ਹਾਦਸੇ ਵਿੱਚ ਨੌਜਵਾਨ ਨੇ ਗਵਾਇਆ ਅੱਧਾ ਸਰੀਰ, 2 ਸਾਲ ਤੋਂ ਜੀ ਰਿਹਾ ਜ਼ਿੰਦਗੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਐਤਵਾਰ ਨੂੰ ਕਿਹਾ ਕਿ ਯੂਰਪ ਅਤੇ ਅਮਰੀਕਾ 'ਚ ਹਾਲ ਹੀ ਸਾਹਮਣੇ ਆਏ ਮੰਕੀ ਪਾਕਸ ਮਾਮਲਿਆਂ ਨੂੰ ਚਿੰਤਿਤ ਹੋਣ ਦੀ ਲੋੜ ਹੈ। ਇਸ ਬਿਮਾਰੀ ਤੇ ਪਹਿਲੀ ਵਾਰ ਜਨਤਕ ਤੌਰ ਤੇ ਟਿੱਪਣੀ ਕਰਦਿਆਂ ਬਾਈਡਨ ਨੇ ਕਿਹਾ, ਚਿੰਤਾ ਦੀ ਗੱਲ ਇਹ ਹੈ ਕਿ ਜੇ ਇਹ ਲਾਗ ਫੈਲਦੀ ਹੈ ਤਾਂ ਇਸ ਦੇ ਨਤੀਜੇ ਭੁਗਤਣੇ ਹੋਣਗੇ। ਬਾਈਡਨ ਦੱਖਣੀ ਕੋਰੀਆ ਦੇ ਉਸਾਨ ਹਵਾਈ ਅੱਡੇ ਤੇ ਪੱਤਰਕਾਰਾਂ ਵੱਲੋਂ ਇਸ ਬਿਮਾਰੀ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ। ਰਾਸ਼ਟਰਪਤੀ ਵਜੋਂ ਏਸ਼ੀਆ ਦੀ ਆਪਣੀ ਪਹਿਲੀ ਯਾਤਰਾ ਦੇ ਸਿਲਸਿਲੇ ਵਿੱਚ ਬਾਈਡਨ ਨੇ ਜਾਪਾਨ ਰਵਾਨਾ ਹੋਣ ਤੋਂ ਪਹਿਲਾਂ ਫੌਜੀਆਂ ਨਾਲ ਵੀ ਮੁਲਾਕਾਤ ਕੀਤੀ। ਬਾਈਡਨ ਨੇ ਕਿਹਾ, ਅਜੇ ਮੈਨੂੰ ਲਾਗ ਦੇ ਪ੍ਰਸਾਰ ਬਾਰੇ ਨਹੀਂ ਦੱਸਿਆ ਗਿਆ ਹੈ, ਇਸ ਬਾਰੇ ਸਾਰਿਆਂ ਨੂੰ ਚਿੰਤਤ ਹੋਣਾ ਚਾਹੀਦਾ ਹੈ। ਉਹਨਾਂ ਨੇ ਕਿਹਾ, ਇਹ ਪਤਾ ਲਗਾਉਣ ਲਈ ਕੰਮ ਚੱਲ ਰਿਹਾ ਹੈ ਕਿ ਕਿਹੜੀ ਵੈਕਸੀਨ ਅਸਰਦਾਰ ਹੋ ਸਕਦੀ ਹੈ। ਮੰਕੀ ਪੌਕਸ ਦੇ ਮਾਮਲੇ ਅਫਰੀਕਾ ਤੋਂ ਬਾਹਰ ਘੱਟ ਹੀ ਦੇਖਣ ਨੂੰ ਮਿਲਦੇ ਨੇ, ਪਰ ਸ਼ੁੱਕਰਵਾਰ ਤੱਕ ਦੁਨੀਆ ਭਰ ਵਿੱਚ 80 ਮਾਮਲਿਆਂ ਦੀ ਪੁਸ਼ਟੀ ਹੋਈ। ਇਹਨਾਂ ਚੋਂ ਘੱਟੋ-ਘੱਟ 2 ਮਾਮਲੇ ਅਮਰੀਕਾ 'ਚ ਸਾਹਮਣੇ ਆਏ। ਹਾਲਾਂਕਿ ਇਹ ਬਿਮਾਰੀ ਚੇਚਕ ਵਰਗੀ ਹੈ, ਪਰ ਇਸ ਦੇ ਲੱਛਣ ਹਲਕੇ ਹੁੰਦੇ ਨੇ। ਮਰੀਜ਼ ਆਮ ਤੌਰ ਤੇ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਿਨਾਂ 2-4 ਹਫ਼ਤਿਆਂ ਤੱਕ ਠੀਕ ਹੋ ਜਾਂਦੇ ਨੇ, ਪਰ ਕਈ ਵਾਰੀ ਬਿਮਾਰੀ ਘਾਤਕ ਹੋ ਸਕਦੀ ਹੈ। ਭਾਵੇਂ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਸਥਿਰ ਨਜ਼ਰ ਆ ਰਹੇ ਨੇ, ਪਰ ਕਈ ਦੇਸ਼ਾਂ ਵਿੱਚ ਸਥਿਤੀ ਚੰਗੀ ਨਹੀਂ ਹੈ। ਸਾਊਦੀ ਅਰਬ ਵਿੱਚ ਕੋਵਿਡ-19 ਦੇ ਮਾਮਲੇ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਨੇ। ਅਜਿਹੇ 'ਚ ਸਾਊਦੀ ਸਰਕਾਰ ਨੇ ਭਾਰਤ ਸਮੇਤ 16 ਦੇਸ਼ਾਂ ਦੀ ਯਾਤਰਾ ਤੇ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ ਸਰਕਾਰ ਨੇ ਲੋਕਾਂ ਨੂੰ ਦੱਸਿਆ ਕਿ ਦੇਸ਼ ਵਿੱਚ ਹੁਣ ਤੱਕ ਮੰਕੀ ਪੌਕਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਭਾਰਤ ਤੋਂ ਇਲਾਵਾ 16 ਦੇਸ਼ਾਂ ਵਿੱਚ ਗਣਰਾਜ, ਕਾਂਗੋ, ਲੀਬੀਆ, ਇੰਡੋਨੇਸ਼ੀਆ, ਲਿਬਨਾਨ ਆਦਿ ਸ਼ਾਮਲ ਨੇ। ਇੱਥੇ ਉੱਤਰੀ ਕੋਰੀਆ ਵਿੱਚ ਵੀ ਕੋਰੋਨਾ ਨੇ ਹੰਗਾਮਾ ਮਚਾ ਦਿੱਤਾ ਹੈ। ਹਰ ਰੋਜ਼ ਲੱਖਾਂ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆ ਰਹੇ ਨੇ। ਸਾਊਦੀ ਅਰਬ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਦੇਸ਼ ਵਿੱਚ ਹੁਣ ਤੱਕ ਮੰਕੀ ਪੌਕਸ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ। ਅਬਦੁੱਲਾ ਅਸੀਰੀ ਰੋਕਥਾਮ ਸਿਹਤ ਲਈ ਉਪ ਸਿਹਤ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਮੰਕੀ ਪੌਕਸ ਦੇ ਕੇਸਾਂ ਦਾ ਪਤਾ ਲਗਾਉਣ ਦੀ ਸਮਰੱਥਾ ਹੈ। ਜੇਕਰ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸਰਕਾਰ ਵੀ ਇਨਫੈਕਸ਼ਨ ਨਾਲ ਨਜਿੱਠਣ ਲਈ ਤਿਆਰ ਹੈ। ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ ਨੇ ਵੀ ਮੰਕੀ ਪੌਕਸ ਨੂੰ ਲੈ ਕੇ ਦੇਸ਼ਾਂ ਨੂੰ ਅਲਰਟ ਕੀਤਾ ਹੈ। ਹਾਲਾਂਕਿ ਭਾਰਤ ਵਿੱਚ ਹੁਣ ਤੱਕ ਮੰਕੀ ਪੌਕਸ ਦੇ ਮਾਮਲੇ ਸਾਹਮਣੇ ਨਹੀਂ ਆਏ, ਪਰ ਸਰਕਾਰ ਅਲਰਟ ਮੋਡ ਵਿੱਚ ਆ ਗਈ ਹੈ। ਅਬਦੁੱਲਾ ਅਸੀਰੀ ਨੇ ਕਿਹਾ ਕਿ ਹੁਣ ਤੱਕ ਮਨੁੱਖਾਂ ਵਿੱਚ ਮੰਕੀ ਪੌਕਸ ਫੈਲਣ ਦੇ ਬਹੁਤ ਘੱਟ ਮਾਮਲੇ ਸਾਹਮਣੇ ਆਏ ਨੇ, ਇਸ ਲਈ ਦੇ ਫੈਲਣ ਦੀ ਸੰਭਾਵਨਾ ਬਹੁਤ ਘੱਟ ਹੈ। ਇਸ ਦੇ ਫੈਲਣ ਦੀ ਸੰਭਾਵਨਾ ਉਹਨਾਂ ਦੇਸ਼ਾਂ ਵਿੱਚ ਬਹੁਤ ਘੱਟ ਹੈ ਜਿਸ ਤੇ ਇਸ ਦੀ ਲਾਗ ਪਾਈ ਗਈ ਹੈ। ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ਵਿੱਚ ਕਮੀ ਦਰਮਿਆਨ ਵਿਸ਼ਵ ਸਿਹਤ ਸੰਗਠਨ ਮੁਖੀ ਨੇ ਐਤਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਯਕੀਨੀ ਤੌਰ ਤੇ ਕੋਰੋਨਾ ਮਹਾਮਾਰੀ ਅਜੇ ਖਤਮ ਨਹੀਂ ਹੋਈ। ਉਹਨਾਂ ਸਰਕਾਰ ਨੂੰ ਕਿਹਾ ਕਿ ਅਸੀਂ ਆਪਣੇ ਜ਼ੋਖਮ ਤੇ ਸਾਡੇ ਬਚਾਅ ਨਿਯਮਾਂ ਵਿੱਚ ਕਮੀ ਕਰਨ। ਜਨੇਵਾ ਵਿੱਚ ਸੰਗਠਨ ਦੀ ਸਾਲਾਨਾ ਬੈਠਕ ਦੀ ਸ਼ੁਰੂਆਤ ਕਰਦੇ ਹੋਏ WHO ਮੁਖੀ ਟੈਡਰੋਸ ਅਧਾਨੋਮ ਨੇ ਮੌਜੂਦ ਅਧਿਕਾਰੀਆਂ ਨੂੰ ਕਿਹਾ ਕਿ ਨਮੂਨਿਆਂ ਦੀ ਜਾਂਚ ਅਤੇ ਕ੍ਰਮ ਦੀ ਕਮੀ ਦਾ ਮਤਲਬ ਹੈ ਕਿ ਅਸੀਂ ਵਾਇਰਸ ਦੀ ਮੌਜੂਦਗੀ ਨੂੰ ਲੈ ਕੇ ਆਪਣੀਆਂ ਅੱਖਾਂ ਬੰਦ ਕਰ ਰਹੇ ਹਾਂ। ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਘੱਟ ਆਮਦਨ ਵਾਲੇ ਦੇਸ਼ਾਂ ਦੇ ਕਰੀਬ 1 ਅਰਬ ਲੋਕਾਂ ਨੂੰ ਹੁਣ ਵੀ ਕੋਰੋਨਾ ਰੋਕੂ ਟੀਕੇ ਦੀ ਖੁਰਾਕ ਨਹੀਂ ਦਿੱਤੀ ਜਾ ਸਕੀ ਹੈ। ਗਲੋਬਲ ਹਾਲਾਤ ਤੇ ਆਧਾਰਿਤ ਹਾਲ ਹੀ ਦੀ ਹਫ਼ਤਾਵਾਰੀ ਰਿਪੋਰਟ ਦੇ ਮੱਦੇਨਜ਼ਰ ਕ੍ਰੇਬੇਅਸਸ ਨੇ ਕਿਹਾ ਕਿ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਵਿੱਚ ਮਾਰਚ ਤੋਂ ਬਾਅਦ ਕਈ ਹਫ਼ਤੇ ਤੋਂ ਕਮੀ ਦਰਜ ਕੀਤੇ ਜਾਣ ਤੋਂ ਬਾਅਦ ਮਾਮਲਿਆਂ 'ਚ ਸਥਿਰਤਾ ਦੇਖੀ ਗਈ ਹੈ, ਜਦਕਿ ਮੌਤ ਦੇ ਮਾਮਲਿਆਂ 'ਚ ਵੀ ਕਮੀ ਆਈ ਹੈ। ਉਹਨਾਂ ਨੇ ਕਿਹਾ ਕਿ ਹਾਲਾਤ ਵਿੱਚ ਸੁਧਾਰ ਅਤੇ ਦੁਨੀਆ ਦੀ 60% ਦੀ ਆਬਾਦੀ ਦਾ ਟੀਕਾਕਰਨ ਹੋਣ ਦੇ ਬਾਵਜੂਦ ਜਦ ਤੱਕ ਮਹਾਮਾਰੀ ਹਰ ਥਾਂ ਖਤਮ ਨਹੀਂ ਹੋਈ ਜਾਂਦੀ, ਉਸ ਸਮੇਂ ਤੱਕ ਇੱਥੇ ਹਰ ਥਾਂ ਖਤਮ ਨਹੀਂ ਹੋਏਗੀ। ਐਂਥਨੀ ਅਲਬਾਨੀਜ਼ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੰਗਲਵਾਰ ਨੂੰ ਟੋਕੀਓ ਵਿੱਚ ਜਾਪਾਨ ਅਤੇ ਭਾਰਤ ਦੇ ਨੇਤਾਵਾਂ ਨਾਲ ਆਮੋ-ਸਾਹਮਣੇ ਹੋਣਗੇ। ਉਹ ਕਵਾਡ ਮੀਟਿੰਗ ਵਿੱਚ PM ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨਾਲ ਮੁਲਾਕਾਤ ਕਰਨਗੇ। ਵਰਣਨਯੋਗ ਹੈ ਕਿ ਆਸਟ੍ਰੇਲੀਆ ਵਿੱਚ ਪਿਛਲੇ 10 ਸਾਲਾਂ ਤੋਂ ਲਿਬਰਲ ਪਾਰਟੀ ਦਾ ਰਾਜ ਟੁੱਟ ਗਿਆ ਹੈ ਅਤੇ ਵਿਰੋਧੀ ਲੇਬਰ ਪਾਰਟੀ ਨੇ ਚੋਣ ਜਿੱਤੀ ਹੈ।
प्रधानमंत्री स्कॉट मॉरिसन ने चोणां विच हार मनते हुए अपने अहुदे तो अस्तीफा दे दिता है। लेबर पार्टी नूं सरकार बनाउण लई सुतंत्र कानून साज़ां दा समर्थन भी मिल सकता है जो वातावरण पक्षी सुधारक ने। मॉरिसन ने लेबर पार्टी के नेता ते भविख के प्रधानमंत्री एंथनी अल्बानीज़ नूं जिੱਤ ते ਵਧਾਈ ਦਿੱਤੀ ਅਤੇ नवीं जिम्मेवारी ਲਈ शुभकामनावां दित्तियां। मॉरिसन ने भी अपनी पार्टी के नेता के अहुदे तो अस्तीफा दे दिता। चोण नतीजों तो लगता है कि मॉरिसन के लिबरल नैशनल गठजोड़ नूं पश्चिमी आस्ट्रेलिया ते शहरी खेतरां विच करारी हार का सामना करना पिया है। ओपीनियन पोलां विच केंद्र खब्बे पक्षी लेबर पार्टी नूं भी लिबरल पार्टी तो अगे जापदा है। टीवी चैनल NBC वालों इस हफ्ते करवाए सर्वेखण मुताबक जो बाइडन के कामकाज तो खुश लोगों की गिणती घट के 39% रह गई है, जबकि इस सर्वे में शामिल 56% लोगों ने राष्ट्रपति के प्रदर्शन नूं खराब दस्सिया। सर्वे में कहा गया है कि महंगाई, आर्थिक बदहाली, सरहदी सुरक्षा जहे मुद्दों ते लोग बाइडन प्रशासन तो नाराज होंदे जा रहे ने। वैबसाइट द हिल.com मुताबक बाइडन के कामकाज ते तसल्ली जताउण वाले लोगों की गिणती उन्नी ही है जिन्ने लोग साबका राष्ट्रपति ट्रंप नूं उन्हां दे 1.5 साल के कार्यकाल तो बाद सही ठहराउंदे सी। जो बाइडन जदों राष्ट्रपति चुने गए तद उन्हां 51% वोटां मिलियां सी। विश्लेषकों मुताबक इसका अर्थ यह है कि बीते 1.5 साल विच उन्होंने लगभग 12% लोगों नूं निराश कर दिता है। एक होर सर्वे एजेंसी GMC एनालिटिक्स ने अपने ताज़ा सर्वे तो बाद कहा कि मौजूदा माहौल नूं देखते हुए नवंबर 2022 विच होण वाली संसदी चोणां विच रिपब्लिकन पार्टी नूं भारी फायदा मिलण दी उम्मीद है। अमेरिका के टेक्सास सूबे विच पाकिस्तानी मूल के एक व्यक्ति ने अपनी पत्नी, 4 साल की बेटी और सस का गोली मार के कतल कर दिता। पुलिस और मीडिया रिपोर्ट में इस घटना की जानकारी मिली है। हैरिस काउंटी शैरिफ एंड गोंजालेज ने कहा कि वीरवार नूं तड़के गोलियां चलण की सूचना मिलने तो बाद कानून लागू करने वाले अधिकारी चैंपियन 1 खेतर च विंटेज पार्क अपार्टमेंट कॉम्पलैक्स में दाखिल हुए और उत्थे 4 लोगों ने एक मकान के अंदर मृतक पाया। उन्होंने कहा कि व्यक्ति की लाश नेड़े एक अर्ध ऑटोमैटिक बंदूक मिली सी। एक गोंजलेज ने ट्वीट में कहा कि अजिहा प्रतीत होता है कि व्यक्ति वख रह रही अपनी पत्नी के घर गया सी। उस तो बाद उसने उत्थे जाके अपनी पत्नी, 4 साल की बेटी और सस का गोली मार के कतल कर दिता। इस तो बाद उसने खुद नूं भी गोली मार ली। घटना वाली थां ते 4 लाशां मिलियां ने और उत्थों एक पिस्तौल भी बरामद की गई है। ये परिवार मूल रूप नाल दक्षिणी एशिया नाल संबंधित सी। एंड गोंजालेज के मुताबक उन्हां दा तलाक होण वाला सी ते दोवें पति पत्नी वख-वख रहिंदे सन। एक भयानक हादसे विच 20 साला नौजवान नूं अपना अद्धा शरीर गवाउणा पिया। हादसे मगरों नौजवान की जान बचाउण लई डॉक्टरां नूं उसदे लक तो हेठला हिस्सा कट्टना पिया सी। डॉक्टर मान रहे सन कि वह ज्यादा समय तक जिंदा नहीं रह सकेगा, पर वह 2 साल तो अपनी पत्नी नाल रह रहा है। नौजवान का नाम लॉरेन स्कॉट्स है। लॉरेन अमेरिका के मोंटाना शहर के रहने वाले ने, पर पिछले 2 सालों तो बिना पैरों और सज्जे हाथ के जिंदगी जी रहे ने। साल 2019 के सितंबर महीने विच लॉरेन नाल एक हादसा वापरिया सी। उदों यह फॉकलिफ्ट जरिए एक पुल ते काम कर रहा सी। ट्रैफिक कारण वह बहुत ज़्यादा किनारे ते चला गया। इत्थों वह 50 फुट हेठां डिग पिया ते फिर फॉकलिफ्ट ने उसनूं कुचल दिता, जिस मगरों लॉरेन ने एक बहादरी भरिया कदम चुक्या। उसने डॉक्टरां नूं सर्जरी की आग्या दी। इस विच उसकी जान बचाउण लई लक तो हेठला हिस्सा कट्टना जाना सी। सर्जरी के बावजूद ऑपरेशन के 1 महीने बाद डॉक्टर मान रहे सन कि लॉरेन की मौत हो जाएगी, पर हर मुश्किल नूं पार करते हुए लॉरेन जिंदगी जी रहा है। हादसे के बाद लॉरेन अपनी नवी जिंदगी बारे लोगों को यूट्यूब चैनल जरिए दसते रहते हैं। लॉरेन की 23 साल की पत्नी साबिया रीच भी उस नाल रहिंदी है। उसने लॉरेन नूं सारी समस्यावां नाल लड़न विच मदद की है। रोजाना के कामां विच भी साबिया लॉरेन की मदद करती है। 25 साला पेशावर साइकिलिस्ट अना मोहरिया विल्सन की हत्या का मामला तिकोनी प्यार कहानी नाल जुड़ गया है, जिस विच विल्सन तो इलावा एक होर औरत ते एक मर्द शामिल है। एक खुलासा ऑस्टिन पुलिस ने करदिआं कहा कि ऑस्टिन निवासी साइकिलिस्ट 34 साला औरत कैटलिन मैरी आर्मस्ट्रांग विरुद्ध हत्या का मामला दर्ज कर लिया गया है। 25 साला विल्सन 11 मई नूं ऑस्टिन विच मैपल एवेन्यू विच स्थित अपने घर विच मृतक मिली सी। उस दिन वह सैन फ्रांसिस्को तो उत्तर पश्चिमी वाको विच हिको विखे हो रही साइकिल दौड़ विच शामिल होने लई ऑस्टिन आई सी।
ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੂੰ ਇੱਕ ਵੀਡੀਓ ਮਿਲੀ ਹੈ ਜਿਸ ਵਿੱਚ ਆਰਮਸਟਰੌਂਗਸ ਇੱਕ ਵਾਹਨ ਵਿੱਚ ਸਵਾਰ ਹੋ ਕੇ ਵਿਲਸਨ ਦੇ ਘਰ ਵੱਲ ਜਾ ਰਹੀ ਨਜ਼ਰ ਆ ਰਹੀ ਹੈ। ਵਿਲਸਨ 1 ਮਿੰਟ ਪਹਿਲਾਂ ਹੀ ਆਰਮਸਟਰੌਂਗਸ ਦੇ ਦੋਸਤ ਮਰਦ ਸਾਈਕਲਿਸਟ ਕਾਲਿਨ ਸਟ੍ਰਿਕਲੈਂਡ ਨਾਲ ਤੈਰਾਕੀ ਕਰਕੇ ਬੁੜੀ ਸੀ। ਪੁਲਿਸ ਅਨੁਸਾਰ ਇਹ ਪਿਆਰ ਕਹਾਣੀ ਪਿਛਲੇ ਸਾਲ ਅਕਤੂਬਰ ਤੋਂ ਸ਼ੁਰੂ ਹੋਈ ਸੀ ਜਦੋਂ ਆਰਮਸਟਰੌਂਗ ਤੇ ਸਟ੍ਰਿਕਲੈਂਡ ਵਿਚਾਲੇ ਹੋਏ ਮਨਮੁਟਾਵ ਦੌਰਾਨ ਸਟ੍ਰਿਕਲੈਂਡ ਵਿਲਸਨ ਦੇ ਨੇੜੇ ਆ ਗਿਆ ਸੀ, ਜਿਸ ਤੋਂ ਬਾਅਦ ਆਰਮਸਟਰੌਂਗ ਖਿੱਚ ਗਏ। ਇੱਕ ਖਬਰ ਨੇ ਦੱਸਿਆ ਕਿ ਆਰਮਸਟਰੌਂਗਸ ਨੂੰ ਸਕਿਟਲੈਂਡ ਤੇ ਵਿਲਸਨ ਵਿਚਾਲੇ ਸੰਬੰਧਾਂ ਦਾ ਇਸ ਸਾਲ ਜਨਵਰੀ ਵਿੱਚ ਪਤਾ ਲੱਗਾ ਸੀ। ਇੱਕ ਮੁਖਬਰ ਨੇ ਪੁਲਿਸ ਨੂੰ ਦੱਸਿਆ ਕਿ ਆਰਮਸਟਰੌਂਗਸ ਨੂੰ ਸਟ੍ਰਿਕਲੈਂਡ ਤੇ ਵਿਲਸਨ ਵਿਚਾਲੇ ਸੰਬੰਧਾਂ ਦਾ ਇਸ ਸਾਲ ਜਨਵਰੀ ਵਿੱਚ ਪਤਾ ਲੱਗਾ ਸੀ। ਉਸ ਅਨੁਸਾਰ ਆਰਮਸਟਰੌਂਗਸ ਨੇ ਉਸ ਨੂੰ ਦੱਸਿਆ ਸੀ ਕਿ ਉਹ ਵਿਲਸਨ ਨੂੰ ਮਾਰ ਦੇਗੀ। ਪੁਲਿਸ ਨੇ ਆਰਮਸਟਰੌਂਗ ਦੀ 9mm ਹੈਂਡਗਨ ਬਰਾਮਦ ਕਰ ਲਈ ਹੈ ਜਿਸ ਨੂੰ ਵਿਲਸਨ ਦੀ ਹੱਤਿਆ ਲਈ ਵਰਤਿਆ ਗਿਆ ਸੀ। ਪੁਲਿਸ ਅਨੁਸਾਰ ਇਹ ਇੱਕ ਵੱਡਾ ਸਬੂਤ ਹੈ। ਫਿਲਹਾਲ ਆਰਮਸਟਰੌਂਗਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ ਤੇ ਪੁਲਿਸ ਉਸ ਦੀ ਤਲਾਸ਼ ਕਰ ਰਹੀ ਹੈ। ਯੂਐਸ ਮਾਰਸ਼ਲ ਲੌਨ ਸਟਾਰ ਤੇ ਆਰਮਸਟਰੌਂਗਸ ਦੀ ਗ੍ਰਿਫਤਾਰੀ ਲਈ ਆਮ ਲੋਕਾਂ ਨੂੰ ਮਦਦ ਕਰਨ ਦੀ ਅਪੀਲ ਕੀਤੀ ਹੈ। ਇੰਡੀਆਨਾ ਵਿੱਚ ਗੋਲੀਆਂ ਮਾਰ ਕੇ 2 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ ਤੇ 3 ਔਰਤਾਂ ਨੂੰ ਜ਼ਖਮੀ ਕਰ ਦਿੱਤਾ। ਗੋਸ਼ਨ ਪੁਲਿਸ ਨੇ ਜਾਰੀ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਇੱਕ ਘਰ ਵਿੱਚ ਹੋਈ ਗੋਲਾਬਾਰੀ ਦੀ ਘਟਨਾ ਅਚਾਨਕ ਵਾਪਰੀ, ਬਲਕਿ ਇਸ ਘਟਨਾ ਨੂੰ ਗਿਣ-ਮਿੱਥ ਦੇ ਕੇ ਅੰਜਾਮ ਦਿੱਤਾ ਗਿਆ। ਪੁਲਿਸ ਅਨੁਸਾਰ ਗੋਲਾਬਾਰੀ ਵਿੱਚ 3 ਔਰਤਾਂ ਸਮੇਤ 5 ਜਣੇ ਗੰਭੀਰ ਜ਼ਖਮੀ ਹੋਏ ਸਨ, ਜਿਨ੍ਹਾਂ ਵਿੱਚ 2 ਮਰਦ ਦਮ ਤੋੜ ਗਏ ਜਦਕਿ ਔਰਤਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਨੇ ਕਿਹਾ ਕਿ ਉਹ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤੇ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ। ਤਿੱਬਤੀ ਮੁੱਦਿਆਂ ਲਈ ਅਮਰੀਕਾ ਦੇ ਵਿਦੇਸ਼ ਕੋਆਰਡੀਨੇਟਰ ਉਜਰਾ ਜ਼ਿਆ ਨੇ ਐਤਵਾਰ ਨੂੰ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦੇਊਬਾ ਨਾਲ ਮੁਲਾਕਾਤ ਕੀਤੀ। ਦੋਵਾਂ ਨੇ ਦੁਵੱਲੇ ਸੰਬੰਧਾਂ ਨੂੰ ਹੁਲਾਰਾ ਦੇਣ ਦੇ ਤਰੀਕਿਆਂ ਸਮੇਤ ਆਪਸੀ ਹਿੱਤਾਂ ਦੇ ਕਈ ਮੁੱਦਿਆਂ ਤੇ ਚਰਚਾ ਕੀਤੀ। ਦੇਊਬਾ ਅਤੇ ਜ਼ਿਆ ਵਿਚਾਲੇ ਇਹ ਮੁਲਾਕਾਤ ਕਾਠਮੰਡੂ ਦੇ ਬਾਲੂਵਾਤਰ ਸਥਿਤ ਪ੍ਰਧਾਨ ਮੰਤਰੀ ਦੀ ਰਿਹਾਇਸ਼ ਤੇ ਹੋਈ। ਉਜਰਾ ਜ਼ਿਆ ਸਿਵਲ डिफेंस, डेमोक्रेसी ਅਤੇ ਹਿਊਮਨ ਰਾਈਟਸ ਲਈ ਅਮਰੀਕਾ ਦੀ ਅੰਡਰ ਸੈਕਟਰੀ ਆਫ ਸਟੇਟ ਵੀ ਹੈ। ਦਿਊਬਾ ਨੇ ਟਵੀਟ ਕੀਤਾ ਕਿ ਸਿਵਲ ਡਿਫੈਂਸ, ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਤੇ ਅਮਰੀਕੀ ਅੰਡਰ ਸੈਕਟਰੀ ਆਫ ਸਟੇਟ ਉਜ਼ਾਰਾ ਜ਼ਿਆ ਦੀ ਅਗਵਾਈ ਵਾਲੇ ਅਮਰੀਕੀ ਵਫਦ ਦਾ ਸਵਾਗਤ ਕਰਨਾ ਖੁਸ਼ੀ ਦੀ ਗੱਲ ਹੈ। ਅਸੀਂ ਨੇਪਾਲ ਅਮਰੀਕਾ ਸੰਬੰਧਾਂ ਅਤੇ ਆਪਸੀ ਹਿੱਤਾਂ ਦੇ ਮਾਮਲਿਆਂ ਤੇ ਵਿਚਾਰ ਦਾ ਆਦਾਨ ਪ੍ਰਦਾਨ ਕੀਤਾ। ਨੇਪਾਲ ਦੇ ਵਿਦੇਸ਼ ਮੰਤਰਾਲੇ ਮੁਤਾਬਕ ਮੁਲਾਕਾਤ ਦੌਰਾਨ ਨੇਪਾਲ ਅਮਰੀਕਾ ਦੁਵੱਲੇ ਸੰਬੰਧਾਂ ਅਤੇ ਆਪਸੀ ਹਿੱਤਾਂ ਦੇ ਵੱਖ-ਵੱਖ ਵਿਸ਼ਿਆਂ ਤੇ ਚਰਚਾ ਕੀਤੀ ਗਈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਅਮਰੀਕੀ ਵਫਦ ਦੀ ਅਗਵਾਈ ਕਰ ਰਹੀ ਉਜਰਾ ਜ਼ਿਆ ਨੇਪਾਲ ਦੀ 3 ਦਿਨਾਂ ਯਾਤਰਾ ਦੇ ਸੰਬੰਧ ਵਿੱਚ ਸ਼ੁੱਕਰਵਾਰ ਨੂੰ ਇੱਥੇ ਪਹੁੰਚੀ। ਨੇਪਾਲ ਪਹੁੰਚਣ ਤੋਂ ਬਾਅਦ ਜ਼ਿਆ ਨੇ ਨੇਪਾਲ ਨੂੰ 659 ਮਿਲੀਅਨ ਅਮਰੀਕੀ ਡਾਲਰ ਮਦਦ ਦੇਣ ਦਾ ਐਲਾਨ ਕੀਤਾ। ਉਸਨੇ ਟਵੀਟ ਕੀਤਾ ਕਿ ਅਮਰੀਕਾ ਨੇਪਾਲ ਸਹਾਇਤਾ ਸਮਝੌਤੇ ਤੋਂ ਬਹੁਤ ਖੁਸ਼ ਹੈ ਜੋ ਇੱਕ ਲੋਕਤੰਤਰੀ ਅਤੇ ਖੁਸ਼ਹਾਲ ਭਵਿੱਖ ਲਈ ਸਾਡੇ ਸਾਂਝੇ ਦ੍ਰਿਸ਼ਟੀਕੋਣ ਦਾ ਸਮਰਥਨ ਕਰਨ ਲਈ 659 ਮਿਲੀਅਨ ਡਾਲਰ ਦੀ ਸਹਾਇਤਾ ਪ੍ਰਦਾਨ ਕਰੇਗਾ। ਇਨਸਾਨ ਆਪਣੇ ਮਨਪਸੰਦ ਖਾਣੇ ਨੂੰ ਬੜੇ ਸ਼ੌਕ ਨਾਲ ਖਾਂਦਾ ਹੈ। ਜੇਕਰ ਇਨਸਾਨ ਨੂੰ ਉਸ ਦਾ ਪਸੰਦੀਦਾ ਖਾਣਾ ਲਗਾਤਾਰ ਦਿੱਤਾ ਜਾਵੇ ਤਾਂ ਸ਼ਾਇਦ ਉਹ ਬੋਰ ਹੋ ਸਕਦਾ ਹੈ, ਪਰ ਅਮਰੀਕਾ ਵਿੱਚ ਇੱਕ ਵਿਅਕਤੀ ਨੂੰ ਮੈਕਡੋਨਲਡ ਬਿਗ ਮੈਕ ਨਾਲ ਇੰਨਾ ਪਿਆਰ ਹੈ ਕਿ ਉਹ ਪਿਛਲੇ 50 ਸਾਲਾਂ ਤੋਂ ਲਗਭਗ ਹਰ ਰੋਜ਼ ਇੱਕ ਬਿਗ ਮੈਕ ਖਾ ਰਿਹਾ। ਬਿਗ ਮੈਕ ਨਾਲ ਪਿਆਰ ਕਾਰਨ ਉਸਨੇ ਆਪਣਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਵੀ ਦਰਜ ਕਰਵਾ ਲਿਆ। ਉਸਨੇ ਆਪਣੇ ਇਸ ਰਿਕਾਰਡ ਦਾ ਜਸ਼ਨ ਵੀ ਆਪਣੇ ਇਲਾਕੇ ਵਿੱਚ ਮੌਜੂਦ ਮੈਕਡੋਨਲਡ ਵਿੱਚ ਬਿਗ ਮੈਕ ਖਾ ਕੇ ਮਨਾਇਆ। 68 ਸਾਲਾ ਡੋਨਾਲਡ ਗੋਰੋਸਕੋ ਅਮਰੀਕਾ ਦੇ ਵਿਸਕਾਂਸਨ ਸੂਬੇ ਵਿੱਚ ਰਹਿੰਦੇ ਨੇ। ਗੋਰੋਸਕੋ ਇੱਕ ਜੇਲ੍ਹ ਵਿੱਚ ਗਾਰਡ ਸਨ। ਹਾਲਾਂਕਿ ਹੁਣ ਉਹ ਰਿਟਾਇਰ ਹੋ ਚੁੱਕੇ ਨੇ। ਉਹਨਾਂ ਨੂੰ ਬਿਗ ਮੈਕ ਇੰਨਾ ਪਸੰਦ ਹੈ ਕਿ ਉਹ ਇੱਕ ਦਿਨ ਵਿੱਚ 2 ਬਿਗ ਮੈਕ ਵੀ ਖਾ ਲੈਂਦੇ ਨੇ। ਪਿਛਲੇ ਸਾਲ ਅਗਸਤ ਵਿੱਚ ਗੋਰੋਸਕੋ ਨੇ ਆਪਣੇ ਪੂਰੇ ਜੀਵਨ ਵਿੱਚ ਸਭ ਤੋਂ ਜ਼ਿਆਦਾ ਬਿਗ ਮੈਕ ਦਾ ਆਪਣਾ ਖੁਦ ਦਾ ਰਿਕਾਰਡ ਅਪਡੇਟ ਕੀਤਾ। ਉਹਨਾਂ ਨੇ 17 ਮਈ ਨੂੰ 1972 ਤੋਂ ਬਿਗ ਮੈਕ 버ਗਰ ਖਾਣਾ ਸ਼ੁਰੂ ਕੀਤਾ, ਜਿਸ ਮਗਰੋਂ ਲਗਾਤਾਰ 50 ਸਾਲ ਤੋਂ ਰੋਜ਼ਾਨਾ ਇੱਕ ਬਿਗ ਮੈਕ 버ਗਰ ਖਾ ਰਹੇ ਨੇ। 7 ਮਈ 2022 ਨੂੰ ਉਹਨਾਂ ਨੇ ਆਪਣੀ ਬਿਗ ਮੈਕ ਕਲੱਬ ਦੀ 50ਵੀਂ ਵਰ੍ਹੇਗੰਢ ਮਨਾਈ। ਹਾਲਾਂਕਿ ਗੋਰੋਸਕੋ ਨੇ ਦੱਸਿਆ ਕਿ 1972 ਤੋਂ ਲੈ ਕੇ ਹੁਣ ਤੱਕ ਉਹ ਸਿਰਫ 8 ਦਿਨ ਹੀ ਆਪਣੇ ਇਸ ਸ਼ੌਕ ਤੋਂ ਦੂਰ ਰਹੇ ਨੇ। ਉਹਨਾਂ ਨੇ ਦੱਸਿਆ ਕਿ 1982 ਵਿੱਚ ਇੱਕ ਭਿਆਨਕ ਤੂਫਾਨ ਆਉਣ ਕਾਰਨ ਕੁਝ ਦਿਨਾਂ ਲਈ ਸਟੋਰ ਬੰਦ ਹੋ ਗਿਆ ਸੀ। ਕੈਨੇਡਾ ਦੇ ਪੂਰਬੀ ਸੂਬੇ ਓਨਟਾਰੀਓ ਤੇ ਕਿਊਬਿਕ ਵਿੱਚ ਆਏ ਭਿਆਨਕ ਤੂਫਾਨ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 9 ਘਰਾਂ ਵਿੱਚ ਬਿਜਲੀ ਨਹੀਂ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਓਨਟਾਰੀਓ ਪੁਲਿਸ ਨੇ ਟਵਿੱਟਰ ਤੇ ਦੱਸਿਆ ਕਿ ਗਰਮੀਆਂ ਦੇ ਤੇਜ਼ ਤੂਫਾਨ ਵਿੱਚ 3 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਟ੍ਰੇਲਰ ਤੇ ਦਰਖਤ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਜਿਸ ਵਿੱਚ ਉਹ ਠਹਿਰਿਆ ਹੋਇਆ ਸੀ। 70 ਦੇ ਦਹਾਕੇ ਦੀ ਇੱਕ ਔਰਤ ਵੀ ਤੂਫਾਨ ਵਿੱਚ ਤੁਰਦਿਆਂ ਦਰਖਤ ਨਾਲ ਕੁਚਲੀ ਗਈ। ਸੰਘੀ ਰਾਜਧਾਨੀ ਓਟਾਵਾ ਵਿੱਚ ਤੂਫਾਨ 'ਚ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ, ਪਰ ਸਥਾਨਕ
ਸਥਾਨਕ ਪੁਲਿਸ ਨੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਚੌਥੀ ਪੀੜਤ ਔਰਤ 50 ਸਾਲਾਂ ਦੀ ਸੀ। ਸੀਬੀਸੀ ਨੇ ਸਥਾਨਕ ਪੁਲਿਸ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਤੂਫਾਨ ਦੌਰਾਨ ਓਟਾਵਾ ਅਤੇ ਕਿਊਬਿਕ ਨੂੰ ਵੱਖ ਕਰਨ ਵਾਲੀ ਓਟਾਵਾ ਨਦੀ ਵਿੱਚ ਔਰਤ ਦੀ ਕਿਸ਼ਤੀ ਪਲਟਣ ਨਾਲ ਉਹ ਡੁੱਬ ਗਈ। ਸਥਾਨਕ ਪ੍ਰਦਾਤਾ ਹਾਈਡਰੋ 1 ਅਤੇ ਹਾਈਡਰੋ ਕਿਊਬਿਕ ਦੀਆਂ ਆਨਲਾਈਨ ਘਟਨਾਵਾਂ ਦੇ ਅਨੁਸਾਰ ਸ਼ਨੀਵਾਰ ਰਾਤ ਨੂੰ ਦੋਨਾਂ ਸੂਬਿਆਂ ਵਿੱਚ ਲਗਭਗ 9 ਲੱਖ ਘਰਾਂ ਵਿੱਚ ਬਿਜਲੀ ਨਹੀਂ ਸੀ। ਓਟਾਵਾ ਵਿੱਚ ਸਹਾਇਤਾ ਦੀ ਲੋੜ ਵਾਲੇ ਖੇਤਰਾਂ ਨੂੰ ਮਦਦ ਪਹੁੰਚਾਉਣ ਲਈ 64 ਟਰੱਕਾਂ ਨੂੰ ਬੁਲਾਇਆ ਗਿਆ ਸੀ। ਆਸਟ੍ਰੇਲੀਆ ਵਿੱਚ ਫੈਡਰਲ ਚੋਣਾਂ ਦੇ ਨਤੀਜੇ ਕਾਫੀ ਰੌਚਕ ਰਹੇ। ਪਿਛਲੀਆਂ 2 ਪਾਰੀਆਂ ਤੋਂ ਸੱਤਾ ਵਿੱਚ ਰਹੀ ਲਿਬਰਲ ਪਾਰਟੀ ਤੋਂ ਹੁਣ ਪਾਰੀ ਲੇਬਰ ਪਾਰਟੀ ਦੇ ਹੱਥ ਵਿੱਚ ਹੈ। ਐਂਥਨੀ ਐਲਬਨੀਜ਼ ਆਸਟ੍ਰੇਲੀਆ ਦੇ 31ਵੇਂ ਪ੍ਰਧਾਨ ਮੰਤਰੀ ਨੇ। 1996 ਤੋਂ ਸੱਤਾ ਵਿੱਚ ਆਈ ਐਂਥਨੀ ਨੇ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ ਅਤੇ ਰਾਜਨੀਤੀ ਵਿੱਚ ਲੰਬਾ ਚੌੜਾ ਤਜਰਬਾ ਵੀ ਹੈ। ਇੱਥੇ ਦੱਸ ਦਈਏ ਕਿ ਐਲਬਨੀਜ਼ ਨੇ ਲੇਬਰ ਪਾਰਟੀ ਵੱਲੋਂ 2013 ਦੀ ਅਗਵਾਈ ਕੀਤੀ ਸੀ, ਪਰ ਬਿਲ ਸ਼ੌਰਟਨ ਹੱਥੋਂ ਹਾਰ ਗਏ ਸੀ। ਇਸ ਵਾਰ ਵੱਖ-ਵੱਖ ਪਾਰਟੀਆਂ ਵੱਲੋਂ ਕਾਫੀ ਭਾਰਤੀ ਚਿਹਰੇ ਵੀ ਮੈਦਾਨ ਵਿੱਚ ਸੀ, ਪਰ ਕਿਸੇ ਨੂੰ ਸਫਲਤਾ ਹਾਸਲ ਨਹੀਂ ਹੋਈ। ਭਾਰਤੀ ਮੂਲ ਦੇ ਲਿਬਰਲ ਪਾਰਟੀ ਵੱਲੋਂ ਗ੍ਰੀਨਵੇ ਇਲਾਕੇ ਤੇ ਖੜੇ ਪ੍ਰਦੀਪ ਪਾਥੀ ਨੂੰ 24,000 ਉੱਪਰ ਵੋਟ ਪਈ, ਜਦਕਿ ਲਿਬਰਲ ਪਾਰਟੀ ਦੇ ਚੀਫਲੀ ਤੋਂ ਖੜੇ ਜੁਗਨਦੀਪ ਸਿੰਘ ਨੂੰ 14,395 ਵੋਟਾਂ ਪਈਆਂ। ਚੀਫਲੀ ਸੀਟ ਦੀ ਗੱਲ ਕਰੀਏ ਤਾਂ 1969 ਤੋਂ ਇਹ ਸੀਟ ਲੇਬਰ ਪਾਰਟੀ ਕਦੇ ਨਹੀਂ ਹਾਰੀ, ਬਲਕਿ ਇਸ ਸੀਟ ਦਾ ਨਾਂ ਤੱਕ ਲੇਬਰ ਪ੍ਰਧਾਨ ਮੰਤਰੀ ਬੰਚ ਚੀਫਲੀ ਦੇ ਨਾਂ ਤੇ ਸੀ। ਮੌਜੂਦਾ ਲੇਬਰ ਐਮਪੀ ਐਡ ਹਿਊਜ਼ ਪਿਛਲੇ ਇੱਕ ਦਹਾਕੇ ਤੋਂ ਕਾਬਜ਼ ਨੇ। ਅਸਲ ਵਿੱਚ ਮੁੱਖ ਧਾਰਾ ਪਾਰਟੀਆਂ ਵੱਲੋਂ ਬਹੁ ਸੱਭਿਆਚਾਰਕ ਨੂੰ ਦਰਸਾਉਣ ਲਈ ਉਹਨਾਂ ਸੀਟਾਂ ਤੇ ਭਾਰਤੀਆਂ ਨੂੰ ਖੜਾ ਕੀਤਾ ਜਾਂਦਾ ਹੈ ਜੋ ਹਮੇਸ਼ਾ ਹਾਰਦੀਆਂ ਨੇ। ਗ੍ਰੀਨਵੇ ਦੀ ਸੀਟ ਤੋਂ ਲਿਬਰਲ ਪਾਰਟੀ ਦੇ ਪ੍ਰਦੀਪ ਪਾਥੀ, ਮਕਮੋਹਨ ਤੋਂ ਲਿਬਰਲ ਪਾਰਟੀ ਲਈ ਵਿਵੇਕ ਸਿੰਘਾ ਆਦਿ ਆਪਣੀਆਂ ਪਾਰਟੀਆਂ ਲਈ ਦਾਅਵੇਦਾਰੀ ਹਾਰ ਗਏ। ਭਾਰਤੀਆਂ ਨੂੰ ਆਸਟ੍ਰੇਲੀਆ ਵਿੱਚ ਆਪਣਾ ਆਪ ਦਰਸਾਉਣ ਲਈ ਹੋਰ ਇਕੱਠੇ ਹੋ ਕੇ ਚੱਲਣ ਦੀ ਜ਼ਰੂਰਤ ਹੋਏਗੀ, ਤਾਂ ਹੀ ਅਮਰੀਕਾ ਕੈਨੇਡਾ ਵਾਂਗ ਆਸਟ੍ਰੇਲੀਆ ਦੀ ਸੰਸਦ ਵਿੱਚ ਜਾ ਸਕਣਗੇ। ਫਿਨਲੈਂਡ ਦੇ ਨਾਟੋ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਦਰਮਿਆਨ ਰੂਸ ਨੇ ਵੱਡੀ ਕਾਰਵਾਈ ਕੀਤੀ ਹੈ। ਰੂਸ ਨੇ ਫਿਨਲੈਂਡ ਨੂੰ ਕੁਦਰਤੀ ਗੈਸ ਦੀ ਸਪਲਾਈ ਰੋਕ ਦਿੱਤੀ ਹੈ। ਫਿਨਲੈਂਡ ਦੀ ਊਰਜਾ ਕੰਪਨੀ ਗੈਸਮ ਦੇ ਅਨੁਸਾਰ ਫਿਨਲੈਂਡ ਨੂੰ ਕੁਦਰਤੀ ਗੈਸ ਦੀ ਰੂਸੀ ਸਪਲਾਈ ਨੂੰ ਰੋਕ ਦਿੱਤਾ ਗਿਆ। ਇਹ ਕਦਮ ਨਾਰਡਿਕ ਦੇਸ਼ ਦੁਆਰਾ ਰੂਬਲ ਵਿੱਚ ਭੁਗਤਾਨ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਆਇਆ। ਗੈਸਮ ਨੇ ਦੱਸਿਆ ਕਿ ਗੈਸ ਹੁਣ ਬਾਲਟਿਕ ਕਨੈਕਟਰ ਪਾਈਪਲਾਈਨ ਰਾਹੀਂ ਸਪਲਾਈ ਕੀਤੀ ਜਾਏਗੀ, ਜੋ ਫਿਨਲੈਂਡ ਨੂੰ ਐਸਟੋਨੀਆ ਨਾਲ ਜੋੜਦੀ ਹੈ। ਬੁੱਧਵਾਰ ਨੂੰ ਫਿਨਲੈਂਡ ਅਤੇ ਸਵੀਡਨ ਨੇ ਉੱਤਰੀ ਐਟਲਾਂਟਿਕ ਸੰਧੀ ਸੰਗਠਨ ਵਿੱਚ ਸ਼ਾਮਲ ਹੋਣ ਲਈ ਰਸਮੀ ਤੌਰ ਤੇ ਬੇਨਤੀ ਕੀਤੀ ਹੈ। ਇਸ ਦੇ ਲਈ ਦੋਵਾਂ ਦੇਸ਼ਾਂ ਦੇ ਤਰਫੋਂ ਪੱਤਰ ਦਾਇਰ ਕੀਤਾ ਗਿਆ। ਇਹ ਪੱਤਰ ਫਿਨਲੈਂਡ ਦੇ ਰਾਜਦੂਤ ਅਤੇ ਸਵੀਡਨ ਦੇ ਰਾਜਦੂਤ ਦੁਆਰਾ ਬ੍ਰਸੇਲਜ਼ ਵਿੱਚ ਨਾਟੋ ਦੇ ਸਕੱਤਰ ਜਨਰਲ ਜੇਨਸ ਨੂੰ ਸੌਂਪਿਆ ਗਿਆ। ਉਹਨਾਂ ਨੇ ਇਸ ਦਾ ਨਿੱਘਾ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਸਾਡੀ ਸੁਰੱਖਿਆ ਲਈ ਚੰਗਾ ਦਿਨ ਸੀ। ਬਰੈਂਪਟਨ ਵਿੱਚ ਹੋਏ ਗਾਇਕ ਬੱਬੂ ਮਾਨ ਦੇ ਸ਼ੋਅ ਨੂੰ ਹੱਲਾ ਗੁੱਲਾ ਮਚਣ ਅਤੇ ਲੜਾਈ ਝਗੜਾ ਹੋਣ ਕਾਰਨ ਪੁਲਿਸ ਅਤੇ ਸਿਕਿਉਰਿਟੀ ਵੱਲੋਂ ਅੱਧ ਵਿਚਾਲੇ ਹੀ ਬੰਦ ਕਰਵਾਉਣਾ ਪਿਆ ਅਤੇ ਇਸ ਮੌਕੇ ਕੁਝ ਗ੍ਰਿਫਤਾਰੀਆਂ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਬੱਬੂ ਮਾਨ ਦੇ ਚੱਲ ਰਹੇ ਸ਼ੋਅ ਵਿੱਚ ਨੌਜਵਾਨਾਂ ਵੱਲੋਂ ਰੌਲਾ ਪਾਉਣ, ਖਰਮਸਤੀ ਕਰਨ, ਬਿਨਾਂ ਟਿਕਟ ਧੱਕੇ ਨਾਲ ਹਾਲ ਵਿੱਚ ਵੜਨ ਦੀ ਕੋਸ਼ਿਸ਼ ਕਰਨ, ਪੁਲਿਸ ਅਤੇ ਸਿਕਿਉਰਿਟੀ ਨਾਲ ਖੈਬੜਬਾਜ਼ੀ ਕਰਨ ਵਾਲੇ ਨੌਜਵਾਨਾਂ ਨੂੰ ਪੁਲਿਸ ਵੱਲੋਂ ਹਾਲ ਵਿੱਚੋਂ ਬਾਹਰ ਕੱਢਣ ਕਾਰਨ ਮਚੇ ਬਵਾਲ ਕਰਕੇ ਪੁਲਿਸ ਨੇ ਸ਼ੋਅ ਨੂੰ ਬੰਦ ਕਰਵਾ ਦਿੱਤਾ। ਸਾਲ 2013 ਦੀ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦੌਰਾਨ ਜੁਲਾਈ ਮਹੀਨੇ 'ਚ ਹੋਈ ਕੁਦਰਤੀ ਤਰਾਸਦੀ ਦੇ ਅੰਸ਼ ਪੈਦਲ ਰਸਤੇ 'ਚ ਅਜੇ ਵੀ ਦੇਖਣ ਨੂੰ ਮਿਲਦੇ ਨੇ। ਭਾਵੇਂ ਕਿ ਸੂਬਾ ਸਰਕਾਰ ਤੇ ਟਰਸਟ ਦੇ ਪੂਰਨ ਸਹਿਯੋਗ ਸਦਕਾ ਰਸਤੇ ਦਾ ਨਵ ਨਿਰਮਾਣ ਕਰਕੇ ਮੁੜ 21 ਸਤੰਬਰ 2013 ਨੂੰ ਯਾਤਰਾ ਸ਼ੁਰੂ ਕਰਵਾ ਦਿੱਤੀ ਗਈ ਸੀ, ਪਰ ਗੋਬਿੰਦ ਘਾਟ ਤੋਂ ਕਰੀਬ 8 ਕਿਲੋਮੀਟਰ ਦੂਰ ਅਤੇ ਗੁਰਦੁਆਰਾ ਗੋਬਿੰਦ ਧਾਮ ਤੋਂ 5 ਕਿਲੋਮੀਟਰ ਪਹਿਲਾਂ ਹੇਮਗੰਗਾ ਨਦੀ ਉੱਪਰ ਟਹਿ ਢੇਰੀ ਹੋਇਆ ਪੁਲ ਮੁੜ ਉਸਾਰ ਦਿੱਤਾ ਗਿਆ ਹੈ। ਨਵੇਂ ਉਸਾਰੇ ਗਏ ਪੁਲ ਦੀ ਲੰਬਾਈ 135 ਮੀਟਰ ਹੈ ਤੇ ਇਸ ਦੀ ਲਾਗਤ 30 ਕਰੋੜ ਰੁਪਏ ਆਈ ਹੈ। ਇਸ ਪੁਲ ਦੇ ਨਾਲ ਨਵਾਂ ਰਸਤਾ ਵੀ ਤਿਆਰ ਹੋਇਆ ਹੈ, ਜਿਸ ਦੇ ਨਾਲ ਸੰਗਤ ਨੂੰ ਪੈਦਲ ਯਾਤਰਾ ਲਈ ਕਾਫੀ ਰਾਹਤ ਮਿਲੇਗੀ, ਕਿਉਂਕਿ ਇਹ ਰਸਤਾ ਬਿਨਾਂ ਜ਼ਿਆਦਾ ਉਚਾਈ ਜਾਂ ਉਤਰਾਈ ਦੇ ਕਿਸੇ ਕਾਫੀ ਹੱਦ ਤੱਕ ਪੱਧਰਾ ਹੈ। ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਪੁਲ ਸੰਗਤ ਲਈ ਖੋਲ ਦਿੱਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਰਸਤੇ ਦੇ ਨਵ ਨਿਰਮਾਣ ਲਈ ਉੱਤਰਾਖੰਡ ਸਰਕਾਰ ਵੱਲੋਂ 13 ਕਰੋੜ 11 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਪਾਕਿਸਤਾਨ ਸਰਕਾਰ ਵੱਲੋਂ PSDP ਪਬਲਿਕ ਸੈਕਟਰ ਡਿਵੈਲਪਮੈਂਟ ਪ੍ਰੋਗਰਾਮ ਦੇ ਤਹਿਤ ਕਰਤਾਰਪੁਰ ਸਾਹਿਬ ਲਾਂਘੇ ਲਈ ਭਾਰਤ ਪਾਕਿਸਤਾਨ ਜ਼ੀਰੋ ਲਾਈਨ ਨੇੜੇ ਪੁਲ ਦੀ ਸ਼ੁਰੂ ਕੀਤੀ ਉਸਾਰੀ ਲਗਭਗ 40% ਮੁਕੰਮਲ ਹੋ ਚੁੱਕੀ ਹੈ। ਪੁਲ ਦੀ ਉਸਾਰੀ ਲਈ 35 ਕਰੋੜ 30 ਲੱਖ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਫੰਡ ਉਸ 49 ਕਰੋੜ 40 ਲੱਖ ਰੁਪਏ ਦੀ ਕੁੱਲ ਰਕਮ ਦਾ ਹਿੱਸਾ ਹੈ ਜੋ ਅਗਲੇ ਵਿੱਤੀ ਵਰ੍ਹੇ ਲਈ ਧਾਰਮਿਕ ਮਾਮਲਿਆਂ ਅਤੇ ਇੰਟਰਫੇਸ ਸਦਭਾਵਨਾ ਬਾਰੇ ਮੰਤਰਾਲੇ ਵੱਲੋਂ 3 ਨਵੇਂ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਲਈ ਰੱਖੀ ਗਈ ਇਵੈਕੂਏ ਟਰਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ ਅਤੇ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਣਾ ਸ਼ਾਹਿਦ ਸਲੀਮੀ ਨੇ ਦੱਸਿਆ ਹੈ ਕਿ 270 ਮੀਟਰ ਲੰਬੇ ਪੁਲ ਦੀ ਉਸਾਰੀ ਦਾ ਕੰਮ ਠੇਕੇਦਾਰਾਂ ਵੱਲੋਂ ਜੰਗੀ ਪੱਧਰ ਤੇ ਕੀਤਾ ਜਾ ਰਿਹਾ। ਮੌਕੇ ਤੇ ਮੌਜੂਦ ETPB ਦੇ ਚੇਅਰਮੈਨ ਹਬੀਬ ਉਰ ਰਹਿਮਾਨ ਗਿਲਾਨੀ ਨੇ ਦੱਸਿਆ कि भारत ने इलाके छड़ां दे खतरे नूं देखते हुए पुल बनाउण दी तजवीज़ रखी सी जिस दे मद्देनज़र उसारी शुरू की गई है। उन्हां फंड की घाट दसदिआं पुल दा काम रुके जाण दी अफवाहां नूं रद्द करदिआं कहा कि पुल दी उसारी जंगी पੱਧਰ ते जारी है। ਭਾਰਤੀ ਮੂਲ ਦੇ ਕਾਰੋਬਾਰੀ ਸੁਨੀਲ ਚੋਪੜਾ ਦੂਜੀ ਵਾਰ ਲੰਡਨ ਬਿਊਰੋ ਆਫ ਸਾਊਥ ਵਾਰਕ ਦੇ ਮੇਅਰ ਚੁਣੇ ਗਏ ਨੇ। ਦਿੱਲੀ ਵਿੱਚ ਜਨਮੇ ਚੋਪੜਾ ਨੇ ਸੈਂਟਰਲ ਲੰਡਨ ਸਥਿਤ ਸਾਊਥ ਵਾਰਕ कैथेड्रल विच शनिवार नूं सौं चुकी। 2014-15 च भी लंडन ब्यूरो ऑफ साउथ वर्क के मेयर सन। 2013-14 विच इस दे डिप्टी मेयर सन। इस बरोह विच इस वकारी अहुदे ते बैठण वाले भारतीय मूल के पहले व्यक्ति ने। ब्रिटेन की लेबर पार्टी ने चोपड़ा की अगवाई विच लंडन ब्रिज और वैस्ट बरमूंड्स की सीट ते लिबरल डेमोक्रेट्स नूं हराया। इस तो पहला इन्हां सीट के दहाकिਆਂ तक विरोधी दल का कब्जा सी। चोपड़ा की जित मायने रखती है क्योंकि लंडन ब्यूरो ऑफ साउथ वर्क काउंसिल विच भारतीय मूल के सिर्फ 2% लोग ने। चोपड़ा ने 2010 विच ब्रिटेन की सियासत विच कदम रखा सी ते 2014 विच पहली बार इस ब्यूरो के मेयर चुने गए। वो 3 बार डिप्टी मेयर भी रहे। उन्हां दा सियासी यात्रा 1970 के दहाके च दिल्ली तो ही शुरू हो गई सी। 1972 विच कॉलेज ऑफ वोकेशनल स्टडीज़ दिल्ली यूनीवर्सिटी के पहले प्रधान बने। उन्होंने 1973-74 विच LLB की पढ़ाई दौरान दिल्ली यूनीवर्सिटी विच सुप्रीम काउंसलर का अहुदा संभालिया। फिलौर पुलिस अकैडमी विच नशे के कारोबार दीआं कालियां परतां दिनों दिन उजागर हुंदियां जा रहीआं ने। नशीले पदार्थां की सप्लाई के दोष विच गिरफ्तार किए गए सीनियर इंस्ट्रक्टर शक्ति कुमार ते ग्रेड 4 के कर्मचारी जयराम की गिरफ्तारी तो बाद अहम सुराग मिले ने। इस मामले में 5 होर कांस्टेबलों को गिरफ्तार किया गया है। इन्हां दी पछाण सिपाही कमलजीत सिंह तरनतारन, सिपाही गोबिंद सिंह PPA फिलौर, सिपाही अमनदीप सिंह PPA फिलौर, सिपाही रमनदीप सिंह PPA फिलौर, सिपाही हरप्रीत सिंह PPA फिलौर वजों हुई है। अकैडमी विच पंजे खुद नशे के आदि सन और नशे के आदि पुलिस मुलाजमां नूं भी नशा सप्लाई करते सन। फिलौर पुलिस ने निधि पत्नी गुरदीप मच्छू वासी पिंड जमदोहा जगतारपुरा नूं 42 ग्राम चूरा पोस्ट समेत काबू किया है। निधि ने पुलिस के सामने कबूल किया है कि उसने शक्ति और जयराम नूं चिट्टा भी सप्लाई किया। पुलिस सूत्रां अनुसार इन्हां सिपाहियां और साथियों तो इलावा होर भी कई पुलिस मुलाजम अकैडमी विच नशा करते हैं। डोप टेस्ट करवाउण तो बाद ही उसकी पछाण होएगी। इस मामले विच बनाई गई जांच कमेटी विच दर्जन भर लोगों के नाम भी सामने आए ने जो ना केवल नशा करते हैं सगों नशा सप्लाई भी करते सी, पर अज तक उन्होंने नाम जनतक नहीं किए गए ते ना ही कोई कार्रवाई हुई है। 10 मई नूं जदों कांस्टेबल रमनदीप सिंह की शिकायत ते शक्ति कुमार और जयराम खिलाफ केस दर्ज किया गया तो मुलाजमां नूं सीधे जेल भेज दिता गया। बाद विच मामले ने तूल फड़ लई तां पुलिस ने दोवां नूं रिमांड ते लै लिया। पंजाब विच करोना एक बार फिर जानलेवा बन गया है। मानसा विच करोना के एक होर मरीज की मौत हो गई है। इस दे नाल ही फरीदकोट विच भी एक मरीज नूं वेंटीलेटर ते रखना पिया। इस तो इलावा 2 मरीजों को ऑक्सीजन सपोर्ट से रखा गया। इस कारण आने वाले दिनों में मरण वालों की गिनती बढ़ सकती है। पंजाब विच पिछले 1.5 महीने विच 5वीं मौत है। इस तो पहला मोगा, लुधियाना, गुरदासपुर और कपूरथला विच कोरोना कारण मरीजों की मौत हो चुकी है। पंजाब विच कोरोना के नवे मामलों में बेशक कमी आई है। दस दिए कि एतवार नूं सूबे विच कोरोना के 10 नवे मरीज मिले ने, जिन्हां विच मोहाली, बठिंडा और लुधियाना च 2-2, गुरदासपुर और मानसा विच 1-1 मरीज मिले ने। पंजाब विच एतवार नूं 12,423 सैंपल लैके 12,311 की टेस्टिंग की गई। जिक्रयोग है कि पंजाब विच एक्टिव मरीजों की गिनती घट के 115 रह गई है। सब तो वध एक्टिव केस मोहाली विच ने, लुधियाना विच 15, अमृतसर विच 12, बठिंडा विच 9 और पटियाला विच 8 एक्टिव केस ने। ज़्यादातर होर जिलों में 5 तो घट सरगर्म मरीज रह गए हैं। पंजाब विच पिछले 52 दिनों में 1113 मरीज सामने आए। इन्हां विचों 5 लोगों की मौत हो चुकी है जबकि 1072 मरीज ठीक हो चुके हैं।
ਪੰਜਾਬ ਵਿੱਚ ਪੈ ਰਹੀ ਅੱਤ ਦੀ ਗਰਮੀ ਤੋਂ ਪੰਜਾਬੀਆਂ ਨੂੰ ਕੁਝ ਰਾਹਤ ਮਿਲੀ ਹੈ। ਸੋਮਵਾਰ ਤੜਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਏ ਮੀਂਹ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਪੰਜਾਬ ਲਈ ਮੌਸਮ ਵਿਭਾਗ ਦੀ ਭਵਿੱਖਬਾਣੀ ਬਿਲਕੁਲ ਸਹੀ ਸਾਬਤ ਹੋਈ ਹੈ। ਗਰਮੀਆਂ ਦੇ ਪ੍ਰਕੋਪ ਵਿਚਕਾਰ ਠੰਡੀਆਂ ਹਵਾਵਾਂ ਅਤੇ ਮੀਂਹ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਤੇ ਉਹਨਾਂ ਨੂੰ ਠੰਡਕ ਦਾ ਅਹਿਸਾਸ ਕਰਵਾਇਆ ਹੈ। ਸੋਮਵਾਰ ਤੜਕਸਾਰ ਤੋਂ ਹੀ ਪੰਜਾਬ ਭਰ ਵਿੱਚ ਭਾਰੀ ਮੀਂਹ ਪਿਆ। ਸੂਬੇ ਵਿੱਚ ਬਾਰਿਸ਼ ਤੋਂ ਬਾਅਦ ਸਵੇਰੇ ਤਾਪਮਾਨ ਵਿੱਚ ਗਿਰਾਵਟ ਦੇਖਣ ਨੂੰ ਮਿਲੀ। ਤਾਪਮਾਨ 30-31 ਡਿਗਰੀ ਸੈਲਸੀਅਸ ਤੋਂ ਡਿੱਗ ਕੇ 25 ਡਿਗਰੀ ਸੈਲਸੀਅਸ ਤੇ ਆ ਗਿਆ। ਮੌਸਮ ਵਿਭਾਗ ਅਨੁਸਾਰ ਦਿਨ ਭਰ ਅਸਮਾਨ ਵਿੱਚ ਬੱਦਲ ਛਾਏ ਰਹਿਣਗੇ ਤੇ ਦੁਪਹਿਰ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਤੱਕ ਚਲਾ ਜਾਏਗਾ। ਮੀਂਹ ਕਾਰਨ ਤਾਪਮਾਨ 8 ਤੋਂ 10 ਡਿਗਰੀ ਤੱਕ ਡਿੱਗ ਗਿਆ। ਦੱਸ ਦਈਏ ਕਿ ਦਿਨ ਦੌਰਾਨ ਗਰਮੀ ਦੀ ਬਜਾਏ ਠੰਡੀਆਂ ਹਵਾਵਾਂ ਚੱਲੀਆਂ, ਆਸਮਾਨ ਵਿੱਚ ਬੱਦਲ ਛਾਏ। ਮੌਸਮ ਵਿਭਾਗ ਨੇ ਬੱਦਲਵਾਈ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਅਗੇਤੀ ਗਰਮੀ ਕਾਰਨ ਪਿਛਲੇ ਦਿਨਾਂ ਤੋਂ ਪਾਰਾ ਲਗਾਤਾਰ ਚੜ੍ਹ ਰਿਹਾ ਸੀ। ਇਸ ਦੌਰਾਨ ਪਾਰਾ 47 ਡਿਗਰੀ ਨੂੰ ਪਾਰ ਕਰ ਗਿਆ ਸੀ। ਜ਼ਿਕਰਯੋਗ ਹੈ ਕਿ ਅੱਤ ਦੀ ਪੈ ਰਹੀ ਗਰਮੀ ਕਾਰਨ ਬਿਜਲੀ ਸਪਲਾਈ ਵਿੱਚ ਭਾਰੀ ਕਮੀ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਸੀ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰਨ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।